ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਵਿਖਣ ਅਧਿਕ ਕਰਿਓ। ਭਗਤ ਅੰਬਰੀਕ ਨੇ ਨਾਮ ਸਿਮਰਿਆ ਤੇ ਪ੍ਰਭੂ ਨੇ ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖਸ਼ਿਆ ਤੇ ਦੁਰਭਾਸ਼ਾ ਉਸ ਦਾ ਕੁਝ ਨਾ ਵਿਗਾੜ ਸਕਿਆ। ਪ੍ਰਭੂ ਨੇ ਭਵਿਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਅੰਬਰੀਕ ਦਾ ਜ਼ਿਕਰ ਕਈ ਥਾਵਾਂ ਤੇ ਆਇਆ ਹੈ। ਭਾਈ ਗੁਰਦਾਸ ਜੀ ਅਨੁਸਾਰ ਵੀ ਅੰਬਰੀਕ ਇੱਕ ਵੱਡਾ ਭਗਤ ਹੋਇਆ ਹੈ। ਇਸ ਦੀ ਮਹਿਮਾ ਵੀ ਭਗਤਾਂ ਵਿੱਚ ਬੇਅੰਤ ਹੈ। ਭਗਤ ਅੰਬਰੀਕ ਨੂੰ ਦੁਰਭਾਸ਼ਾ ਰਿਖੀ ਸ਼ਰਾਪ ਦੇਣ ਲੱਗਾ ਤਾਂ ਭਗਤ ਅੰਬਰੀਕ ਪੈਰੀ ਪੈ ਗਿਆ। ਐਸਾ ਸੀ ਉਹ ਭਗਤ। ਅੰਬਰੀਕ ਭਗਤ ਪਹਿਲਾਂ ਦੱਖਣੀ ਭਾਰਤ ਦਾ ਰਾਜਾ ਸੀ ਤੇ ਕ੍ਰਿਸ਼ਨ ਭਗਤ ਸੀ। ਇਹ ਮਾਇਆ ਵਿੱਚ ਉਦਾਸੀ ਭਗਤ ਸੀ। ਇਸ ਦੇ ਪਿਤਾ ਦਾ ਨਾਂ ਭਾਗ ਸੀ, ਉਹ ਵੀ ਰਾਜਾ ਸੀ। ਇਹ ਜਦੋਂ ਜਵਾਨ ਹੋ ਕੇ ਰਾਜਾ ਬਣਿਆ ਤਾਂ ਇਹ ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਪਿਆ। ਯੱਗ ਕਰਦਾ ਤੇ ਆਏ ਗਏ ਲੋੜਵੰਦਾਂ ਦੀ ਸਹਾਇਤਾ ਕਰਿਆ ਕਰਦਾ ਸੀ। ਇਸ ਤਰ੍ਹਾਂ ਰਾਜੇ ਅੰਬਰੀਕ ਵਿੱਚ ਬਹੁਤ ਸਾਰੇ ਗੁਣ ਸਨ। ਉਹ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਸਫਲ ਕਰਦਾ ਸੀ। ਉਹ ਅੱਖਾਂ ਨਾਲ ਹਰ ਗਰੀਬ, ਅਮੀਰ, ਸੰਤ, ਭਿਖਾਰੀ ਸਭ ਨੂੰ ਤੱਕਦਾ ਸੀ। ਦਿਮਾਗ ਨਾਲ ਸੋਚ ਕੇ ਲੋੜਵੰਦਾਂ ਦੀ ਸੇਵਾ ਕਰਦਾ ਸੀ। ਜਿਸ ਤਰ੍ਹਾਂ ਦੀ ਸੇਵਾ ਦੀ ਉਸ ਨੂੰ ਲੋੜ ਹੁੰਦੀ, ਉਹ ਹੱਥਾਂ ਨਾਲ ਭੰਡਾਰਿਆਂ ਵਿੱਚ ਸੇਵਾ ਕਰਦਾ ਸੀ। ਜੀਭ ਨਾਲ ਰਾਮ ਦਾ ਸਿਮਰਨ ਕਰਦਾ ਸੀ ਤੇ ਪੈਰਾਂ ਨਾਲ ਤੁਰ ਕੇ ਤੀਰਥਾਂ ਤੇ ਜਾਂਦਾ ਸੀ ਤੇ ਕੰਨਾਂ ਰਾਹੀਂ ਸਤਸੰਗ ਵਿੱਚੋਂ ਉਪਦੇਸ਼ ਸੁਣਦਾ ਸੀ। ਅੰਬਰੀਕ ਐਸਾ ਤਿਆਗੀ ਹੋ ਗਿਆ ਸੀ ਕਿ ਉਹ ਰਾਜ ਭਵਨ, ਖਜ਼ਾਨਾ, ਇਸਤਰੀਆਂ, ਘੋੜੇ, ਹਾਥੀ ਸਭ ਵਸਤੂਆਂ ਨੂੰ ਆਪਣੀ ਮਲਕੀਅਤ ਨਹੀਂ ਸੀ ਸਮਝਦਾ। ਸਭ ਪ੍ਰਜਾ ਦੀਆਂ ਜਾਂ ਪਰਮਾਤਮਾ ਦੀਆਂ ਗਿਣਦਾ ਸੀ। ਏਕਾਦਸ਼ੀਆਂ ਦੇ ਵਰਤ ਰੱਖਦਾ ਸੀ ਤੇ ਪੂਜਾ ਕਰਦਾ ਸੀ। ਇਸ ਤਰ੍ਹਾਂ ਜੀਵਨ ਬਤੀਤ ਕਰਦੇ ਦੇ ਉਸ ਦੇ ਕਈ ਸਾਲ ਲੰਘ ਗਏ। ਇੱਕ ਸਾਲ ਸ਼੍ਰੀ ਕ੍ਰਿਸ਼ਨ ਭਗਤੀ ਦੀ ਲਗਨ ਵਿੱਚ ਪ੍ਰੇਮਾ ਮਸਤੀ ਦੇ ਲੋਰ ਕਾਰਨ ਉਸਨੇ ਪ੍ਰਤਿੱਗਿਆ ਕਰ ਲਈ ਕਿ ਵਰੇ ਦੀਆਂ ਏਕਾਦਸ਼ੀਆਂ ਰੱਖੇਗਾ। 3 ਦਿਨ ਨਿਰਜਲਾ ਵਰਤ ਅਤੇ ਮਥੁਰਾ ਬ੍ਰਿੰਦਾਵਨ ਜਾ ਕੇ ਯੱਗ ਕਰੇਗਾ ਤੇ ਦਾਨ ਦੇਵੇਗਾ। ਅੰਬਰੀਕ ਭਰੋਸੇ ਵਾਲਾ ਸੀ। ਭਰੋਸੇ ਵਿੱਚ ਉਸਨੇ ਸਾਰੀਆਂ ਗੱਲਾਂ ਪੂਰੀਆਂ ਕਰ ਲਈਆਂ ਤੇ ਮੰਤਰੀਆਂ ਸਮੇਤ ਮਥੁਰਾ ਪਹੁੰਚ ਗਿਆ। ਮਥੁਰਾ ਤੇ ਬ੍ਰਿੰਦਾਵਨ ਵਿੱਚ ਜਮਨਾ ਇਸ਼ਨਾਨ ਕਰਕੇ ਉਸਨੇ ਯੱਗ ਲਾਇਆ ਤੇ ਬ੍ਰਾਹਮਣਾਂ ਨੂੰ ਦਾਨ ਦਿੱਤੇ। ਬਸਤਰ ਅੰਨ ਤੋਂ ਬਿਨਾਂ ਸੋਨੇ ਦੇ ਸਿੰਗਾਂ ਵਾਲੀਆਂ ਗਊਆਂ ਉਸਨੇ ਦਾਨ ਕੀਤੀਆਂ। ਕਈ ਥਾਂ ਪੁਰਾਣਾਂ ਵਿੱਚ ਲਿਖਿਆ ਹੈ ਕਿ 60 ਕਰੋੜ ਗਊਆਂ ਉਸਨੇ ਦਾਨ ਕੀਤੀਆਂ। ਮਤਲਬ ਇਹ ਹੈ ਕਿ ਉਸਨੇ ਬਹੁਤ ਦਾਨ ਕੀਤਾ। ਐਸਾ ਵੇਲਾ ਆ ਗਿਆ, ਬ੍ਰਾਹਮਣ 36 ਪ੍ਰਕਾਰ ਦੇ ਭੋਜਨ ਛਕ ਕੇ ਦਾਨ ਲੈ ਕੇ ਨਿਹਾਲ ਹੋ ਕੇ ਘਰਾਂ ਨੂੰ ਚਲੇ ਗਏ ਤਾਂ ਰਾਜੇ ਨੂੰ ਆਗਿਆ ਮਿਲੀ ਕਿ ਰਾਜਾ ਆਪਣਾ ਵਰਤ ਉਪਾਰ ਲਵੇ। ਆਪਣੇ ਆਪ ਹੀ ਇੱਛਾ ਪੂਰਨ ਹੋਣ ਤੇ ਰਾਜਾ ਖੁਸ਼ੀ-ਖੁਸ਼ੀ ਰਾਜ ਭਵਨ ਵੱਲ ਤੁਰ ਪਿਆ। ਹਲੇ ਰਾਜਾ ਰਾਜ ਭਵਨ ਵਿੱਚ ਪੁੱਜਾ ਨਹੀਂ ਸੀ ਕਿ ਉਸ ਨੂੰ ਰਾਹ ਵਿੱਚ ਦੁਰਭਾਸ਼ਾ ਰਿਖੀ ਆ ਮਿਲਿਆ। ਰਾਜੇ ਨੇ ਉਸ ਨੂੰ ਡੰਡੌਤ ਹੋ ਕੇ ਪ੍ਰਣਾਮ ਕੀਤਾ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸ਼੍ਰੋਮਣੀ ਮੁਨੀ ਜਨ, ਆਪ ਭੋਜਨ ਛਕੋਗੇ? ਯੱਗ ਦਾ ਭੋਜਨ ਪਾ ਕੇ ਤ੍ਰਿਪਤ ਹੋ ਕੇ ਗਰੀਬ ਅੰਬਰੀਕ ਦਾ ਪਾਰ ਉਤਾਰਾ ਕਰੋਗੇ? ਇਸ ਤਰ੍ਹਾਂ ਉਸਨੇ ਬੇਨਤੀ ਕੀਤੀ। ਰਿਖੀ ਦੁਰਭਾਸ਼ਾ ਨੇ ਉੱਤਰ ਦਿੱਤਾ, ਜਿਵੇਂ ਰਾਜੇ ਦੀ ਇੱਛਾ। ਭੋਜਨ ਦਾ ਨਿਉਂਦਾ ਪ੍ਰਵਾਨ ਕਰਦੇ ਹਾਂ, ਪਰ ਜਮਨਾ ਇਸ਼ਨਾਨ ਕਰਕੇ। ਇਹ ਆਖ ਕੇ ਰਿਖੀ ਤੁਰ ਗਿਆ। ਉਸਨੇ ਮਨ ਵਿੱਚ ਅਨੀਤ ਧਾਰੀ ਸੀ। ਉਹ ਅਸਲ ਵਿੱਚ ਰਾਜੇ ਅੰਬਰੀਕ ਨੂੰ ਮੋਹ ਮਾਇਆ ਤੇ ਕ੍ਰੋਧ ਦੇ ਜਾਲ ਵਿੱਚ ਫਸਾਉਣ ਆਇਆ ਸੀ। ਵੈਸੇ ਵੀ ਦੁਰਭਾਸ਼ਾ ਮਨ ਕਰਕੇ ਕ੍ਰੋਧੀ ਸੀ ਤੇ ਛੋਟੀ-ਛੋਟੀ ਗੱਲ ਤੇ ਸ਼ਰਾਪ ਦੇ ਦਿਆ ਕਰਦਾ ਸੀ। ਇਸ ਦੇ ਸ਼ਰਾਪ ਦੇਣ ਨਾਲ ਕਿੰਨਿਆਂ ਨੂੰ ਹੀ ਨੁਕਸਾਨ ਪਹੁੰਚੇ, ਉਹ ਬਹੁਤ ਮਸ਼ਹੂਰ ਹਨ। ਨਿਉਂਦਾ ਦੇ ਕੇ ਪ੍ਰਸੰਨ ਚਿੱਤ ਅੰਬਰੀਕ ਆਪਣੇ ਰਾਜ ਭਵਨ ਚਲਿਆ ਗਿਆ।
ਤੇ ਰਿਖੀ ਦੁਰਭਾਸ਼ਾ ਦੀ ਉਡੀਕ ਕਰਨ ਲੱਗਾ। ਦੁਆਦਸ਼ੀ ਦਾ ਸਮਾਂ ਵੀ ਬੀਤਣ ਦੇ ਨੇੜੇ ਆ ਗਿਆ। ਅੰਬਰੀਕ ਨੇ ਵਰਤ ਉਪਾਰਨਾ ਸੀ, ਪਰ ਦੁਰਭਾਸ਼ਾ ਨਾ ਮੁੜਿਆ। ਪੰਡਤਾਂ ਨੇ ਯਤਨ ਕੀਤਾ ਕਿ ਰਾਜਾ ਵਰਤ ਉਪਾਰ ਲਵੇ, ਪਰ ਅੰਬਰੀਕ ਇਹੋ ਉੱਤਰ ਦਿੰਦਾ ਰਿਹਾ, ਨਹੀਂ, ਇੱਕ ਮਹਿਮਾਨ ਦੇ ਭੁੱਖੇ ਰਹਿਣ ਤੋਂ ਪਹਿਲਾਂ ਮੇਰਾ ਵਰਤ ਉਪਾਰਨਾ ਠੀਕ ਨਹੀਂ। ਦੁਰਭਾਸ਼ਾ ਪੂਜਾ ਪਾਠ ਵਿੱਚ ਰੁੱਝ ਗਿਆ ਤੇ ਉਸਨੇ ਜਾਣ ਬੁੱਝ ਕੇ ਦੇਰ ਕੀਤੀ। ਜਦੋਂ ਉਹ ਨਾ ਆਇਆ ਤਾਂ ਪੰਡਤਾਂ ਨੇ ਰਾਜੇ ਨੂੰ ਚਰਨਾਮ੍ਰਿਤ ਪਿਲਾ ਕੇ ਵਰਤ ਉਪਾਰ ਦਿੱਤਾ। ਦਲੀਲ ਇਹ ਦਿੱਤੀ ਕਿ ਚਰਨਾਮ੍ਰਿਤ ਅੰਨ ਨਹੀਂ। ਇੰਨੇ ਨੂੰ ਦੁਰਭਾਸ਼ਾ ਆ ਗਿਆ। ਉਸਨੇ ਯੋਗ ਵਿਦਿਆ ਨਾਲ ਪਤਾ ਕਰ ਲਿਆ ਕਿ ਅੰਬਰੀਕ ਨੇ ਵਰਤ ਉਪਾਰ ਲਿਆ ਸੀ। ਉਸਨੂੰ ਗੁੱਸਾ ਕਰਨ ਦਾ ਬਹਾਨਾ ਮਿਲ ਗਿਆ। ਉਸਨੇ ਰਾਜੇ ਨੂੰ ਮੰਦੇ ਬੋਲ ਬੋਲਣੇ ਆਰੰਭ ਕਰ ਦਿੱਤੇ। ਇੱਕ ਅਤਿਥੀ ਨੂੰ ਭੋਜਨ ਛਕਾਏ ਬਿਨਾਂ ਤੁਸਾਂ ਵਰਤ ਉਪਾਰ ਕੇ ਸ਼ਾਸਤਰ ਮਰਿਆਦਾ ਦੀ ਉਲੰਘਣਾ ਕੀਤੀ ਹੈ, ਤੁਹਾਨੂੰ ਮਾਫ ਨਹੀਂ ਕੀਤਾ ਜਾਏਗਾ। ਤੁਸੀਂ ਚੰਡਾਲ ਅਧਰਮੀ ਹੋ, ਮੈਂ ਮਾਰ ਸੁੱਟਾਂਗਾ, ਸ਼ਰਾਪ ਦੇ ਕੇ ਭਸਮ ਕਰ ਦਿਆਂਗਾ। ਮਹਾਮੁਨੀ ਕ੍ਰੋਧਵਸ ਹੋ ਕੇ ਇਸ ਤਰ੍ਹਾਂ ਬੋਲੀ ਗਿਆ। ਰਾਜਾ ਅੰਬਰੀਕ ਚੁੱਪ ਕਰਕੇ ਸੁਣਦਾ ਰਿਹਾ। ਉਸਨੇ ਗੁੱਸਾ ਨਾ ਕੀਤਾ ਤੇ ਨਾ ਜ਼ੁਬਾਨ ਹਿਲਾਈ। ਰਾਜੇ ਦੀ ਧੀਰਜ ਵੇਖ ਕੇ ਦੁਰਭਾਸ਼ੇ ਦਾ ਦਿਲ ਡੋਲਿਆ, ਪਰ ਕ੍ਰੋਧਵਸ ਹੋਏ ਨੇ ਕੋਈ ਗੱਲ ਨਾ ਕੀਤੀ। ਜਦੋਂ ਦੁਰਭਾਸ਼ਾ ਗਾਲਾਂ ਦੇ ਕੇ ਰੱਤਾ ਮੱਠਾ ਹੋਇਆ ਤਾਂ ਰਾਜੇ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮਹਾਮੁਨੀ ਜੀ, ਜਿਵੇਂ ਪੂਜਨਿਕ ਬ੍ਰਾਹਮਣਾਂ ਨੇ ਦੱਸਿਆ ਹੈ ਤਿਵੇਂ ਹੀ ਮੈਂ ਵਰਤ ਉਪਾਰਿਆ ਹੈ। ਆਪ ਨੂੰ ਡਿੱਗਦਾ ਰਿਹਾ। ਉਧਰੋਂ ਥਿਤ ਬੀਤ ਰਹੀ ਸੀ। ਜੇ ਭੁੱਲ ਹੋਈ ਹੈ ਤਾਂ ਖਿਮਾ ਬਖਸ਼ੀ ਜਾਏ। ਜੀਵ ਤਾਂ ਭੁੱਲ ਕਰ ਬੈਠਦਾ ਹੈ। ਆਪ ਤਾਂ ਮਹਾ ਧੀਰਜਵਾਨ ਮੁਨੀ ਲੋਕ ਹੋ, ਦਇਆ ਕਰੋ, ਮਿਹਰ ਕਰੋ, ਕੁਝ ਜੀਵਨ ਦੀ ਰੌਸ਼ਨੀ ਬਖਸ਼ੋ। ਮੈਂ ਸ਼ਰਾਬ ਲੈਣ ਨਹੀਂ ਆਇਆ, ਜੀਵਨ ਕਲਿਆਣ ਦੀ ਇੱਛਾ ਕਰਕੇ ਪੁੱਜਾ ਹਾਂ। ਪਰ ਰਿਖੀ ਦੁਰਭਾਸ਼ਾ ਦਾ ਕ੍ਰੋਧ ਮੱਠਾ ਨਾ ਹੋਇਆ। ਉਹ ਸਗੋਂ ਤੇਜ਼ ਹੋ ਗਿਆ, ਜਿਵੇਂ ਉਹ ਧਰਮੀ ਰਾਜੇ ਨੂੰ ਤਬਾਹ ਕਰਨ ਵਾਸਤੇ ਆਇਆ ਸੀ। ਉਸਨੇ ਕ੍ਰੋਧ ਨੂੰ ਚਮਕਾਇਆ ਤੇ ਕ੍ਰੋਧ ਦੇ ਜੋਸ਼ ਵਿੱਚ ਆ ਕੇ ਦੁਰਭਾਸ਼ਾ ਨੇ ਆਪਣੇ ਵਾਲਾਂ ਦੀ ਇੱਕ ਲਿੱਟ ਪੁੱਟੀ। ਉਸ ਲਿੱਟ ਨੂੰ ਜ਼ੋਰ ਨਾਲ ਹੱਥਾਂ ਵਿੱਚ ਮਲ ਕੇ ਯੋਗ ਬਲ ਨਾਲ ਇੱਕ ਭਿਆਨਕ ਰੂਪ ਵਾਲੀ ਚੁੜੇਲ ਪੈਦਾ ਕੀਤੀ ਤੇ ਉਸ ਦੇ ਹੱਥ ਵਿੱਚ ਤਲਵਾਰ ਦਿੱਤੀ। ਉਹ ਤਲਵਾਰ ਬਿਜਲੀ ਵਾਂਗ ਲਿਸ਼ਕ ਰਹੀ ਸੀ। ਉਸ ਚੁੜੇਲ ਨੂੰ ਦੇਖ ਕੇ ਪੰਡਤ ਲੋਕ ਤੇ ਰਾਜ ਭਵਨ ਦੇ ਸਾਰੇ ਪ੍ਰਾਣੀ ਡਰ ਗਏ। ਕਈਆਂ ਨੇ ਅੱਖਾਂ ਮੀਟ ਲਈਆਂ, ਪਰ ਧਰਮੀ ਤੇ ਭਗਤੀ ਭਾਵਨਾ ਵਾਲਾ ਰਾਜਾ ਅੰਬਰੀਕ ਨਾ ਡੋਲਿਆ ਤੇ ਨਾ ਹੀ ਡਰਿਆ। ਉਹ ਸ਼ਾਂਤ ਚਿੱਤ ਖਲੋਤਾ ਰਿਹਾ। ਜਿਉਂ ਹੀ ਚੁੜੇਲ ਧਰਮੀ ਰਾਜੇ ਅੰਬਰੀਕ ਉੱਤੇ ਹਮਲਾ ਕਰਨ ਲੱਗੀ ਤਾਂ ਰਾਜੇ ਅੰਬਰੀਕ ਦੇ ਦਰਵਾਜ਼ੇ ਅੱਗੇ ਜੋ ਭਗਵਾਨ ਦਾ ਸੁਦਰਸ਼ਨ ਚੱਕਰ ਸੀ ਉਹ ਘੁੰਮਣ ਲੱਗਾ। ਉਸਨੇ ਪਹਿਲਾਂ ਚੁੜੇਲ ਦੀ ਬਾਂਹ ਕੱਟੀ, ਉਸ ਦੇ ਪਿੱਛੋਂ ਉਸ ਦਾ ਸਿਰ ਵੱਢ ਕੇ ਉਸ ਨੂੰ ਲਾਂਭੇ ਕੀਤਾ ਤੇ ਉਹ ਚੱਕਰ ਮੁੜ ਦੁਰਭਾਸ਼ਾ ਦੇ ਉਦਾਲੇ ਹੋ ਗਿਆ। ਅੱਗੇ ਅੱਗੇ ਦੁਰਭਾਸ਼ਾ ਤੇ ਪਿੱਛੇ ਪਿੱਛੇ ਚੱਕਰ। ਨੱਠਾ ਨੱਠਾ ਉਹ ਦੇਵਲੋਕ ਜਾ ਪੁੱਜਿਆ, ਪਰ ਕਿਤੇ ਵੀ ਸ਼ਾਂਤ ਨਾ ਆਈ। ਅੱਗੇ ਅੱਗੇ ਦੁਰਭਾਸ਼ਾ ਤੇ ਪਿੱਛੇ ਪਿੱਛੇ ਸੁਦਰਸ਼ਨ ਚੱਕਰ। ਇਸ ਤਰ੍ਹਾਂ ਦੋਵੇਂ ਦੇਵਲੋਕ ਵਿੱਚ ਚਲੇ ਗਏ। ਇੰਦਰ ਵੀ ਉਸ ਦੀ ਰੱਖਿਆ ਨਾ ਕਰ ਸਕਿਆ। ਦੁਰਭਾਸ਼ਾ ਬੜਾ ਹੰਕਾਰੀ ਰਿਖੀ ਸੀ। ਉਹ ਸਦਾ ਸੰਤਾਂ, ਸਾਧੂਆਂ ਤੇ ਭਗਤ ਜਨਾਂ, ਅਬਲਾ ਦੇਵੀਆਂ ਨੂੰ ਸ਼ਰਾਪ ਦਿੰਦਾ ਰਹਿੰਦਾ ਸੀ। ਸ਼ਕੁੰਤਲਾ ਵਰਗੀਆਂ ਨੂੰ ਸ਼ਰਾਪ ਦੇ ਕੇ ਉਸਨੇ ਉਸ ਨੂੰ ਬਹੁਤ ਦੁਖੀ ਕੀਤਾ ਸੀ। ਭਗਵਾਨ ਨੇ ਉਸ ਦਾ ਹੰਕਾਰ ਤੋੜਨਾ ਸੀ। ਉਸ ਦਾ ਹੰਕਾਰ ਤੋੜਨ ਵਾਸਤੇ ਹੀ ਸਭ ਕੁਝ ਕੀਤਾ। ਡਰੇ ਹੋਏ ਦੁਰਭਾਸ਼ਾ ਨੂੰ ਦੇਵਤਿਆਂ ਨੇ ਭਾਖਿਆ ਦਿੱਤੀ ਕਿ ਰਾਜੇ ਅੰਬਰੀਕ ਤੋਂ ਬਿਨਾਂ ਕਿਸੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ, ਤੂੰ ਮਾਰਿਆ ਜਾਏਗਾ। ਪਰਮਾਤਮਾ ਉਸ ਦੇ ਹੰਕਾਰ ਨੂੰ ਮੱਠਾ ਕਰਨ ਵਾਸਤੇ ਹੀ ਇਹ ਯਤਨ ਕਰ ਰਿਹਾ ਹੈ। ਦੁਰਭਾਸ਼ਾ ਰਿਸ਼ੀ ਨੇ ਬਹੁਤ ਤਪ ਕੀਤਾ ਸੀ। ਉਸੇ ਤਪ ਕਰਕੇ ਉਸ ਨੂੰ ਹੰਕਾਰ ਹੋ ਗਿਆ ਸੀ। ਦੁਰਭਾਸ਼ਾ ਪਰਲੋਕ ਤੇ ਦੇਵਲੋਕ ਵਿੱਚੋਂ ਮੁੜ ਨੱਠ ਉੱਠਿਆ ਤੇ ਨੱਠ ਕੇ ਰਾਜਾ ਅੰਬਰੀਕ ਦੀ ਨਗਰੀ ਵਿੱਚ ਆ ਗਿਆ। ਆ ਕੇ ਅੰਬਰੀਕ ਦੀ ਪੈਰੀ ਪੈ ਗਿਆ ਤੇ ਤਰਲੇ ਕੱਢਣ ਲੱਗਾ, ਹੇ ਭਗਵਾਨ ਰੂਪ ਰਾਜਾ ਅੰਬਰੀਕ, ਮੈਨੂੰ ਬਚਾ ਲਓ। ਮੈਂ ਅੱਗੇ ਨੂੰ ਕਿਸੇ ਸੰਤ ਸਾਧੂ ਨੂੰ ਤੰਗ ਨਹੀਂ ਕਰਾਂਗਾ। ਮੇਰੇ ਤੇ ਮਿਹਰ ਕਰੋ, ਮੇਰੀ ਭੁੱਲ ਨੂੰ ਬਖਸ਼ੋ ਤੇ ਖਿਮਾ ਕਰੋ। ਜਦੋਂ ਦੁਰਭਾਸ਼ਾ ਨੇ ਇਸ ਤਰ੍ਹਾਂ ਤਰਲੇ ਕੀਤੇ ਤਾਂ ਰਾਜੇ ਅੰਬਰੀਕ ਨੂੰ ਤਰਸ ਆ ਗਿਆ। ਉਸਨੇ ਦੁਰਭਾਸ਼ਾ ਦੀ ਮੰਦੀ ਦਸ਼ਾ ਤੱਕੀ ਤੇ ਦੁਰਭਾਸ਼ਾ ਰਿਸ਼ੀ ਰੋ ਰਿਹਾ ਸੀ। ਉਸ ਦੀ ਹਾਲਤ ਉੱਤੇ ਤਰਸ ਆ ਗਿਆ। ਰਾਜਾ ਅੰਬਰੀਕ ਨੇ ਦੋਵੇਂ ਹੱਥ ਜੋੜ ਕੇ
ਭਗਵਾਨ ਨੂੰ ਯਾਦ ਕੀਤਾ। ਪ੍ਰਭੂ ਜੀ ਦਇਆ ਕਰੋ। ਹਰ ਪ੍ਰਾਣੀ ਭੁੱਲ ਜਾਂਦਾ ਹੈ, ਉਸ ਦੀਆਂ ਭੁੱਲਾਂ ਮਾਫ ਕਰਨਾ ਆਪ ਦਾ ਹੀ ਧਰਮ ਹੈ। ਹੇ ਦਾਤਾ ਮਿਹਰ ਕਰੋ, ਦਇਆ ਕਰੋ। ਰਾਜੇ ਨੇ ਇਉਂ ਬੇਨਤੀ ਕਰਕੇ ਜਦੋਂ ਚੱਕਰ ਵੱਲ ਇਸ਼ਾਰਾ ਕੀਤਾ, ਉਹ ਆਪਣੇ ਅੱਡੇ ਤੇ ਜਾ ਖਲੋਤਾ। ਦੁਰਭਾਸ਼ਾ ਦੀ ਜਾਨ ਵਿੱਚ ਜਾਨ ਆਈ। 7 ਸਾਗਰਾਂ ਦਾ ਪਾਣੀ ਪੀਣ ਵਾਲਾ ਦੁਰਭਾਸ਼ਾ ਰਿਖੀ ਧੀਰਜਵਾਨ ਰਾਜੇ ਅੰਬਰੀਕ ਕੋਲੋਂ ਹਾਰ ਗਿਆ। ਉਸਨੇ ਖਿਮਾ ਮੰਗੀ ਤੇ ਆਪਣੇ ਰਾਹ ਪਿਆ। ਇਸ ਤਰ੍ਹਾਂ ਰਾਜਾ ਅੰਬਰੀਕ, ਜੋ ਬੜਾ ਪ੍ਰਤਾਪੀ ਸੀ, ਇਸ ਜਗਤ ਤੇ ਜਸ ਖੱਟ ਕੇ ਗਿਆ ਤੇ ਭਵਜਲ ਤੋਂ ਪਾਰ ਹੋ ਕੇ ਪ੍ਰਭੂ ਚਰਨਾਂ ਵਿੱਚ ਲਿਵ ਲਾ ਕੇ ਉਸ ਦਾ ਸਰੂਪ ਹੋ ਗਿਆ। ਕੋਈ ਭੇਤ ਭਰਮ ਨਾ ਰਿਹਾ। ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਭਗਤ ਵਛਲ ਪਰਮਾਤਮਾ ਨੇ ਮਿਹਰ ਕੀਤੀ ਤੇ ਭਗਤ ਅੰਬਰੀਕ ਭਵਜਲ ਤਰ ਗਿਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਅੰਬਰੀਕ ਮੋਹੇ ਵਰਤ ਹੈ, ਰਾਤ ਪਈ ਦੁਰਭਾਸ਼ਾ ਆਇਆ, ਭੀੜਾ ਉਸ ਉਪਾਰਣਾ, ਉਹ ਉਠ ਨਾਵਣ ਨਦੀ ਸਿਧਾਇਆ, ਚਰਨੋਂ ਦਿਕ ਲੈ ਪੋਖਿਆ, ਉਹ ਸ਼ਰਾਪ ਦੇਵਣ ਨੂੰ ਧਾਇਆ, ਚੱਕਰ ਸੁਦਰਸ਼ਨ ਕਾਲ ਰੂਪ, ਹੋਏ ਪਿਹਾਵਲ ਗਰਭ ਗਵਾਇਆ, ਬਾਹਮਣ ਭੰਨਾ ਜਿਉ ਲੈ, ਰਖ ਨਾ ਹੰਗਣ ਦੇਵ ਸਬਾਇਆ, ਇੰਦਰ ਲੋਕ ਸਿਵ ਲੋਕ ਤਜ, ਬ੍ਰਹਮ ਲੋਕ ਬੈਕੁੰਠ ਤਜਾਇਆ, ਦੇਵਤਿਆਂ ਭਗਵਾਨ ਸਣ, ਸਿੱਖ ਦੇ ਸਭਨਾ ਸਮਝਾਇਆ, ਆਏ ਪਿਆ ਸਰਣਾਗਤੀ, ਮਾਰੀ ਦਾ ਅੰਬਰੀਕ ਛੁਡਾਇਆ, ਭਗਤ ਵਛਲ ਜਗ ਬਿਰਦ ਸਦਾਇਆ। ਇਸੇ ਪ੍ਰਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੌਥੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ ਹੈ, ਜਿਹੜਾ ਕਿ ਅੰਗ 1311 ਉੱਪਰ ਸੁਸ਼ੋਭਿਤ ਹੈ। ਸਤਿਗੁਰ ਬਚਨ ਬਚਨ ਹੈ ਨੀਕੋ, ਗੁਰ ਬਚਨੀ ਅੰਮ੍ਰਿਤ ਪਾਵੈ ਗੋ, ਜਿਉ ਅੰਬਰੀਕ ਅਮਰਾ ਪਦ ਪਾਏ, ਸਤਿਗੁਰ ਮੁਖ ਬਚਨ ਧਿਆਵੈ ਗੋ। ਯਕੀਨ ਜਾਣ ਕਿ ਗੁਰੂ ਦਾ ਬਚਨ ਬੜਾ ਸ੍ਰੇਸ਼ਟ ਹੈ। ਗੁਰੂ ਦੇ ਬਚਨਾਂ ਦੀ ਬਰਕਤ ਨਾਲ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ। ਜਿਹੜਾ ਵੀ ਮਨੁੱਖ ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿੱਚ ਵਸਾਉਂਦਾ ਹੈ, ਉਹ ਉੱਚਾ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਜਿਵੇਂ ਭਗਤ ਅੰਬਰੀਕ ਨੇ ਉਹ ਆਤਮਿਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਿਕ ਮੌਤ ਭੋ ਨਹੀਂ ਸਕਦੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।